इतिहास गवाह है कि ਜਦੋਂ ਜਦੋਂ ਬਾਦਲਾਂ ਦੀ ਸਿਆਸੀ ਜ਼ਮੀਨ ਖਿਸਕੀ ਉਹ ਪੰਥ ਨੂੰ ਖਤਰੇ ਦਾ ਰਾਗ ਅਲਾਪਦੇ ਨੇ ਅਤੇ ਇੱਕ ਵਾਰ ਫਿਰ ਪੰਥਕ ਮੁੱਦਿਆਂ ਦੀ ਹਾਲ ਦੁਹਾਈ ਪੈਣ ਲੱਗੀ ਹੈ। ਜਿਸ ਬੇਅਦਬੀ ਦੀਆਂ ਵਾਰਦਾਤਾਂ ਨੇ ਬਾਦਲਾਂ ਨੂੰ ਸਿਆਸੀ ਸੱਤਾ ਤੋਂ ਬੇਦਖਲ ਕੀਤਾ, ਹੁਣ ਉਸੇ ਬੇਅਦਬੀ ਦੇ ਮੁੱਦੇ ਨੂੰ ਉਛਾਲ ਸੱਤਾ ਵਿੱਚ ਵਾਪਸੀ ਲਈ ਰਾਹ ਤਿਆਰ ਹੋ ਰਿਹਾ ਹੈ। ਇਤਿਹਾਸਕ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਪੰਥਕ ਰੋਸ ਦੇ ਨਾਮ ਤੇ ਪੰਥਕ ਇਕੱਠ ਵਿੱਚ ਦਰਬਾਰ ਸਾਹਿਬ 'ਚ ਹੋਈ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਬਹਾਨੇ ਸਿਆਸੀ ਨਿਸ਼ਾਨੇ ਵਿੰਨਣ ਦੀ ਸ਼ੁਰੂਆਤ ਹੋ ਚੁੱਕੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਕਿਹਾ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਅਤੇ ਇਸ ਦੀ ਵੱਖਰੀ ਅਤੇ ਵਿਲੱਖਣ ਧਾਰਮਿਕ ਪਛਾਣ ਨੂੰ ਕਮਜ਼ੋਰ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਕੰਮ ਕਰ ਰਹੀਆਂ ਨੇ। ਵੱਡੇ ਬਾਦਲ ਨੇ ਕਿਹਾ ਕਿ ਸਾਡੇ ਪਵਿੱਤਰ ਗੁਰਧਾਮਾਂ ਅਤੇ ਉਹਨਾਂ ਦੀ ਵਿਲੱਖਣ ਧਾਰਮਿਕ ਵਿਚਾਰਧਾਰਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਕੌਮ ਨੂੰ ਤਾਕਤਵਰ ਏਜੰਸੀਆਂ ਦੁਆਰਾ ਪੁਰਾਣੀਆਂ ਚਾਲਾਂ ਦੀ ਵਰਤੋਂ ਕਰਕੇ ਭਾਈਚਾਰੇ ਅੰਦਰ ਮਤਭੇਦ ਫੁੱਟ ਅਤੇ ਆਪਸੀ ਵਿਸ਼ਵਾਸ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਤੋਂ ਬਚਣਾ ਹੋਵੇਗਾ। ਬਾਦਲ ਨੇ ਫਿਰਕੂ ਧਰੁਵੀਕਰਨ ਰਾਹੀਂ ਪੰਜਾਬ ਨੂੰ ਮੁੜ ਭੜਕਾਉਣ ਦੀ ਖਤਰਨਾਕ ਸਾਜ਼ਿਸ਼ ਤੋਂ ਸੁਚੇਤ ਕੀਤਾ ਹੈ। ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦੇ ਸਖਤ ਮਿਹਨਤ ਨਾਲ ਪੈਦਾ ਹੋਏ ਮਾਹੌਲ ਨੂੰ ਸ਼ਕਤੀਆਂ ਦੁਆਰਾ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਉਹ ਆਖਰਕਾਰ 1980 ਅਤੇ 1990 ਦੇ ਦਹਾਕੇ ਦੇ ਦੁਹਰਾਓ ਵਿੱਚ ਪੰਜਾਬੀਆਂ ਤੇ ਅੱਗ ਦੀਆਂ ਲਪਟਾਂ ਨੂੰ ਹੋਰ ਨਿਹਤ ਸਿਆਸੀ ਹਿੱਤਾਂ ਲਈ ਜ਼ਿੰਮੇਦਾਰ ਠਹਿਰਾਉਣਗੇ। ਉਸਨੇ ਚੇਤਾਵਨੀ ਦਿੱਤੀ ਹੈ ਅਤੇ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਹਾਲ ਹੀ ਹੋਈਆਂ ਬੇਅਦਬੀ ਦੀਆਂ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਬੇਅਦਬੀ ਹੋਈ ਹੈ, ਉਹਦੇ ਤੇ ਰੋਸ ਦੁੱਖ ਦਾ ਪ੍ਰਗਟਾਵਾ ਕਰਨ ਵਾਸਤੇ ਆਪਾਂ ਇਕੱਠੇ ਹੋਏ ਹਾਂ ਤੇ ਨਾਲ ਹਿੰਦੁਸਤਾਨ ਦੀ ਤੇ ਸੂਬੇ ਦੀ ਸਰਕਾਰ ਨੂੰ ਇਹ ਕਹਿਣ ਵਾਸਤੇ ਇਕੱਠੇ ਹੋਏ ਹਾਂ ਕਿਉਂਕਿ ਸੁੱਤੇ ਪਏ ਆ ਉਹਨਾਂ ਨੂੰ ਇਹਨਾਂ ਘਟਨਾਵਾਂ ਦਾ ਨਾ ਦੁੱਖ ਹੈ ਨਾ ਅਫਸੋਸ ਹੈ, ਭੰਗੜੇ ਪਾਉਂਦੇ ਫਿਰਦੇ ਐ। ਇਸ ਲਈ ਵੀਰੋ ਆਪਾਂ ਨੂੰ ਸਾਰਿਆਂ ਨੂੰ ਤਕੜੇ ਹੋ ਕੇ ਆਪਣੀ ਧਰਮ ਦੀ ਰਾਖੀ ਆਪ ਕਰਨੀ ਪਊਗੀ ਕਿ ਆਹ ਪਾਰਟੀਆਂ ਜਿਹੜੀਆਂ ਹਨ ਉਹਨਾਂ ਦਾ ਨਿਸ਼ਾਨਾ ਕੀ ਹੈ, ਅਸਲੀ ਨਿਸ਼ਾਨਾ ਕੀ ਹੈ, ਉਸ ਨਿਸ਼ਾਨੇ ਵੱਲ ਤੁਰੇ ਹਨ ਕਿ ਗੱਲ ਹੀ ਮੁਕਾ ਦਈਏ ਗੁਰਦੁਆਰਾ ਸਾਹਿਬਾਨ ਤੇ ਕਬਜ਼ਾ ਕਰ ਲਈਏ। ਇੱਕ ਸੋਚਣ ਦੀ ਗੱਲ ਹੈ, ਹੁਣ ਤਾਂ ਨਹੀਂ ਤੁਸੀਂ ਦੇਣਾ, ਪਰ ਜੇ ਕੇਸਰੀਵਾਲ ਦਾ ਪਾਰਟੀ ਦਾ ਕਬਜ਼ਾ ਹੋ ਜਾਏ, ਕਾਂਗਰਸ ਦਾ ਕਬਜ਼ਾ ਹੋ ਜਾਏ, ਕੀ ਆਪਣਾ ਧਰਮ ਬਚੂਗਾ? ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਪਾਸੇ ਤੁਰੇ ਹੈ। ਸੱਤਾਧਾਰੀ ਕਾਂਗਰਸ ਦੇ ਵਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਨੇ 5 ਸਾਲ ਤੱਕ ਬੇਅਦਬੀ ਦੇ ਮੁੱਦੇ ਤੇ ਸਿਰਫ ਰਾਜਨੀਤੀ ਕੀਤੀ ਹੈ ਅਤੇ ਇਸ ਘਿਨਾਉਣੇ ਕਾਰੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਫੜਨ ਲਈ ਕੁਝ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਹੁਣ ਮੁੜ ਸੂਬੇ ਦੀ ਸ਼ਾਂਤੀ ਨੂੰ ਹਥਿਆਉਣ ਅਤੇ ਸਿਰਫ ਸਿਆਸੀ ਮੰਤਵਾਂ ਲਈ ਸਮਾਜ ਵਿੱਚ ਫੁੱਟ ਪਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਮੈਨੂੰ ਬੜਾ ਦੁੱਖ ਹੈ, ਸਾਡੀ ਸਾਰੀ ਕੌਮ ਨੂੰ ਬੜਾ ਦੁੱਖ ਸੀ ਕਿ ਪੰਥ ਦੀ ਸਰਕਾਰ ਦੇ ਦੌਰਾਨ ਇੱਕ ਬੇਅਦਬੀ ਹੋਈ। ਅਸੀਂ ਗੁਰੂ ਘਰ ਤੋਂ ਦਰਬਾਰ ਸਾਹਿਬ ਜਾ ਕੇ ਮਾਫੀ ਮੰਗੀ, ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੀ, ਪਾਠ ਕਰ ਪਛਤਾਵਾ ਪਾਠ ਕਰਾਇਆ ਬਾਦਲ ਸਾਹਿਬ ਨੇ ਆਪ, ਕਿਉਂਕਿ ਬੇਅਦਬੀ ਸਾਡੇ ਰਾਜ 'ਚ ਹੋਈ ਸੀ। ਪਰ ਜਿਹੜੇ ਪੰਥ ਦੋਸ਼ੀਆਂ ਨੇ ਜਾਣ ਕੇ ਪੰਥ ਨੂੰ ਕਮਜ਼ੋਰ ਕਰਨ ਵਾਸਤੇ, ਪੰਥ ਦਾ ਨਾਂ ਕੀ ਪੰਥ ਨੇ ਕਰਾਈ ਹੈ, ਸ਼੍ਰੋਮਣੀ ਅਕਾਲੀ ਦਲ ਨੇ ਕਰਾਈ ਹੈ, ਉਹ ਲੋਕ ਧਰਨੇ ਤੇ ਬੈਠੇ, ਉਹਨਾਂ ਦਾ ਨੀਅਤ ਕੀ ਸੀ? ਸਿਆਸਤ ਸੀ। ਗੁਰੂ ਦੇ ਦੋਸ਼ੀਆਂ ਨੂੰ ਫੜਨਾ ਨਹੀਂ ਸੀ, ਉਹਨਾਂ ਦਾ ਨਿਸ਼ਾਨਾ ਸੀ ਕਿ ਸਿਆਸਤ ਕਰਕੇ ਪੰਥ ਦੀ ਜਥੇਬੰਦੀ ਨੂੰ ਕਮਜ਼ੋਰ ਕੀਤਾ ਜਾਏ। ਪਰ ਉਹਨਾਂ ਦਾ ਨਿਸ਼ਾਨਾ ਕੋਈ ਦੋਸ਼ੀ ਫੜਨਾ ਨਹੀਂ ਸੀ। 4.5 ਸਾਲ ਹੋ ਗਏ, 5 ਸਾਲ ਹੋ ਗਏ ਹੁਣ ਕਾਂਗਰਸ ਦੇ ਰਾਜ ਤੇ ਉਹ ਏਜੰਸੀਆਂ, ਉਹ ਜਿਹੜੇ ਜਥੇਬੰਦੀਆਂ ਜਿਹੜੇ ਉਦੋਂ ਪਹਿਰਾਵਾ ਆਪਣਾ ਤੇ ਪਰ ਕੰਮ ਦੋਸ਼ੀਆਂ ਦੇ ਕਰਦੇ ਆ। 5 ਸਾਲ ਹੋ ਗਏ, ਇੱਕ ਦੋਸ਼ੀ ਨਹੀਂ ਫੜਿਆ ਗਿਆ, ਇਨਸਾਫ ਨਹੀਂ ਮਿਲਿਆ। ਕੋਈ ਰੌਲਾ ਪਾਇਆ ਉਹਨਾਂ ਨੇ? ਤੇ ਹੁਣ ਜਦੋਂ ਵੀ 5 ਸਾਲ ਹੋ ਗਏ, ਪਹਿਲੇ ਮਹੀਨੇ ਤੋਂ ਲੈ ਕੇ ਅਖੀਰਲੇ ਮਹੀਨੇ ਤੱਕ ਇੱਕੋ ਹੀ ਹੈ ਕਿ ਅਸੀਂ ਅਕਾਲੀ ਦਲ ਨੂੰ ਬੇਨਕਾਬ ਕਰਾਂਗੇ, ਅਕਾਲੀ ਦਲ ਨੂੰ। ਐ ਨਹੀਂ ਕਹਿੰਦੇ ਕਿ ਦੋਸ਼ੀਆਂ ਨੂੰ ਫੜਾਂਗੇ, ਕੱਲਾ ਅਕਾਲੀ ਦਲ, ਅਕਾਲੀ ਦਲ, ਅਕਾਲੀ ਦਲ। ਕਮਿਸ਼ਨ ਇਹਨਾਂ ਨੇ ਬਿਠਾਤੇ ਜੱਜ ਥੱਲੋਂ, ਕੁਝ ਕੰਵਰ ਵਿਜੇ ਪ੍ਰਤਾਪ ਵਰਗੀਆਂ ਜਿਹੜਾ ਸਭ ਤੋਂ ਵੱਡਾ ਪੰਥ ਦੋਸ਼ੀ ਹੈ ਉਹਨੂੰ ਉਹਦੀ ਸਿੱਟ ਬਣਾਤੀ।
ਸਾਰਾ ਜ਼ੋਰ ਲਾਤਾ ਪਰਮਾਤਮਾ ਦੇ ਘਰ। ਜੋ ਗਲਤ ਕਰਦਾ ਉਹਨੂੰ ਭੁਗਤਣਾ ਹੀ ਪੈਂਦਾ ਹੈ। ਤੇ ਹੋਇਆ ਕੀ, ਹਾਈ ਕੋਰਟ ਨੇ ਚੜਾ ਕੇ ਮਾਰਿਆ ਕੁੰਵਰ ਵਿਜੇ ਪ੍ਰਤਾਪ ਨੂੰ ਕਿ ਤੁਸੀਂ ਇਕੱਲੀ ਸਿਆਸਤ ਕੀਤੀ ਹੈ। ਰਣਜੀਤ ਸਿੰਘ ਕਮਿਸ਼ਨ ਵੀ ਕੁਛ ਨਹੀਂ, ਇੱਕ ਲਫ਼ਜ਼ ਨਹੀਂ ਲਿਖ ਸਕਿਆ, ਉਹਦੀ ਹਿੰਮਤ ਨਹੀਂ ਪਈ। ਅੱਜ ਤੱਕ ਕੱਲੀ ਸਿਆਸਤ। ਤੇ ਪ੍ਰਮਾਤਮਾ ਦੇ ਚਰਨਾਂ 'ਚ ਸਾਰੇ ਪੰਥ ਨੇ ਇਕੱਠੇ ਹੋ ਕੇ ਅਰਦਾਸ ਕੀਤੀ ਸੀ, ਮੈਂ ਵੀ ਕੀਤੀ, ਸਾਰੇ ਪੰਥ ਨੇ, ਕਿ ਜਿਹੜੇ ਲੋਕ ਬੇਅਦਬੀਆਂ ਦੇ ਮਾਮਲੇ 'ਚ ਸਿਆਸਤ ਕਰਨਗੇ ਉਹਨਾਂ ਦਾ ਕੱਖ ਨਾ ਰਹੇ। ਤੇ ਪ੍ਰਮਾਤਮਾ, ਮੈਂ ਇੰਨਾ ਦੱਸ ਦਿੰਦਾ, ਉਹਨਾਂ ਸਾਰਿਆਂ ਦਾ ਕੱਖ ਨਹੀਂ ਰਹਿਣਾ। ਉੱਘੇ ਸਿੱਖ ਕਿਸਾਨ ਆਗੂ ਅਤੇ ਕੁੱਲ ਹਿੰਦ ਜੱਟ ਮਹਾਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਮਹਾਸਭਾ ਦੇ ਕੌਮੀ ਡੈਲੀਗੇਟ ਰਜਿੰਦਰ ਸਿੰਘ ਬਡਹੇੜੀ ਨੇ ਕਿਹਾ ਹੈ ਕਿ ਸਿੱਖ ਪੰਥ ਨੂੰ ਇਸ ਵੇਲੇ ਕਿਸੇ ਬਾਹਰੀ ਵਿਅਕਤੀ ਤੋਂ ਕੋਈ ਖਤਰਾ ਨਹੀਂ ਹੈ, ਸਗੋਂ ਖਤਰਾ ਹੈ ਇਹ ਸਿਰਫ ਬਾਦਲ ਅਤੇ ਮਜੀਠੀਆ ਪਰਿਵਾਰ ਦਾ। ਉਹਨਾਂ ਨੇ ਕਿਹਾ ਕਿ ਇਹ ਸਿੱਖ ਕੌਮ ਨਹੀਂ ਸਗੋਂ ਬਾਦਲ ਪਰਿਵਾਰ ਹੈ ਜਿਸ ਨੇ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਆਪਣਾ ਨਿੱਜੀ ਸਿਆਸੀ ਇਕੱਠ ਕੀਤਾ ਹੈ। ਸਰਦਾਰ ਬਡਹੇੜੀ ਨੇ ਕਿਹਾ ਹੈ ਕਿ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਬਾਦਲਾਂ ਜਾਂ ਮਜੀਠੀਆ ਪਰਿਵਾਰ ਦਾ ਨਹੀਂ ਸਗੋਂ ਸਿੱਖ ਕੌਮ ਦਾ, ਜਿਸ ਨੂੰ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਚਲਾ ਰਹੀ ਹੈ। ਕਿਸਾਨ ਆਗੂ ਬਡਹੇੜੀ ਨੇ ਕਿਹਾ ਕਿ ਬਾਦਲਾਂ ਅਤੇ ਮਜੀਠੀਆ ਨੂੰ ਸਾਰੀਆਂ ਸਿੱਖ ਸੰਸਥਾਵਾਂ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਇਸ ਲਈ ਸਿੱਖ ਕੌਮ ਨੂੰ ਪੂਰੀ ਤਰ੍ਹਾਂ ਇਕਜੁੱਟ ਹੋਣਾ ਚਾਹੀਦਾ ਹੈ। ਇਹ ਸਮਾਂ ਸਿਰਫ ਸਿੱਖ ਸੰਸਥਾਵਾਂ ਨੂੰ ਬਾਦਲ ਅਤੇ ਮਜੀਠੀਆ ਪਰਿਵਾਰ ਤੋਂ ਆਜ਼ਾਦ ਕਰਵਾਉਂਦਾ ਹੈ। ਡਾਕਟਰ ਸਵੇਮਾਨ ਸਿੰਘ ਸਿਆਸੀ ਆਗੂਆਂ ਦੀਆਂ ਪੰਥਕ ਡਰ ਪੈਦਾ ਕਰ ਵੋਟਾਂ ਦੀ ਫਸਲ ਵੱਢਣ ਦੀਆਂ ਇਹਨਾਂ ਲੁੱਬੜ ਚਾਲਾਂ ਦੇ ਬਾਖੂਬੀ ਪਾਜ ਉਧੇੜ ਰਹੇ ਨੇ। ਤੇ ਸਿੱਖੋ, ਤੁਹਾਡਾ ਧਰਮ ਕੋਈ ਵੀ ਨਹੀਂ ਖਤਮ ਕਰ ਸਕਦਾ। ਤੁਸੀਂ ਇੰਨੀ ਚੜ੍ਹਦੀ ਕਲਾ ਵਿੱਚ ਹੋ, ਤੁਸੀਂ ਇਕੱਲੇ ਹੁਣ ਪੰਜਾਬ ਦੇ ਵਿੱਚ ਨਹੀਂ, ਕੈਨੇਡਾ, ਅਮਰੀਕਾ, ਯੂਕੇ ਤੁਸੀਂ ਸ਼ਾਈਨ ਕਰ ਰਹੇ ਹੋ। ਤੁਹਾਡੇ ਬੰਦੇ ਬਾਹਰਲੇ ਦੇਸ਼ਾਂ 'ਚ MP ਕੀ ਨਹੀਂ ਬਣ ਗਏ। ਤੁਹਾਨੂੰ ਕੋਈ ਨਹੀਂ ਖਤਮ ਕਰ ਸਕਦਾ। ਇਹ ਝੂਠ ਬੋਲਦੇ ਨੇ ਜਿਹੜੇ ਤੁਹਾਨੂੰ ਆਂਦੇ ਆ ਕਿ ਤੁਹਾਡਾ ਧਰਮ ਖਤਰੇ 'ਚ ਆ, ਇਹ ਝੂਠ ਬੋਲਦੇ ਨੇ। ਇਹ ਤੁਹਾਡੀ ਵੋਟ ਲੈਣਾ ਚਾਹੁੰਦੇ ਨੇ ਕਿ ਬੱਚਿਆਂ ਦੇ ਲਈ ਸਪੋਰਟਸ ਇਨਫਰਾਸਟ੍ਰਕਚਰ, ਜੇ ਅਮੀਰ ਦਾ ਬੱਚਾ ਚੰਗੇ ਕੱਪੜੇ ਪਾ ਕੇ ਸੋਹਣੀਆਂ ਸਪੋਰਟਸ ਖੇਡ ਸਕਦਾ, ਸੁਪਨੇ ਲੈ ਸਕਦਾ ਕਿ ਮੈਂ ਵੀ ਕਦੀ 올림픽ਸ 'ਚ ਜਾ ਸਕਦਾ, ਸਾਡੇ ਪਿੰਡਾਂ ਦੇ ਬੱਚੇ ਕਿਉਂ ਨਹੀਂ ਸਾਨੂੰ ਗਰਾਊਂਡਾਂ ਦਿੱਤੀਆਂ ਜਾਂਦੀਆਂ? ਕਿਉਂ ਸਾਡੀਆਂ ਗਰਾਊਂਡਾਂ ਖੰਡਰ ਬਣ ਗਈਆਂ? ਤੇ ਜਿਹੜੀਆਂ ਸਰਕਾਰਾਂ ਫ੍ਰੀ ਦੀਆਂ ਬਿਜਲੀਆਂ ਤੇ ਹਜ਼ਾਰ ਰੁਪਏ ਮੰਗਤੇ ਬਣਾਉਣ ਦੀਆਂ, ਬਈ ਤੁਹਾਨੂੰ ਆਹ ਦੇ ਦਾਂਗੇ ਉਹ ਦੇ ਦਾਂਗੇ, ਨਹੀਂ, ਸਾਨੂੰ ਪੜ੍ਹਾਈ ਦਿਓ, ਸਾਡੇ ਬੱਚੇ ਵੀ ਪੜ੍ਹਨ ਜਿੱਦਾਂ ਤੁਹਾਡੇ ਬੱਚੇ ਬਾਹਰਲੇ ਦੇਸ਼ਾਂ 'ਚ ਪੜ੍ਹਦੇ ਆ। ਅਸੀਂ ਵੀ ਸੁਪਨਾ ਲੈਂਦੇ ਆ। ਸੋ ਇੱਕ ਵਾਰ ਫਿਰ ਪੰਥ ਖਤਰੇ ਵਿੱਚ ਹੈ ਕਿ ਵਾਕਈ ਡਰ ਪੰਥ ਖਤਰੇ ਦਾ ਹੈ ਜਾਂ ਸੱਤਾ ਮੁੜ ਹੱਥੋਂ ਖਿਸਕਣ ਦਾ ਹੈ। ਖਿਸਕੀ ਸਿਆਸੀ ਜ਼ਮੀਨ ਦੀ ਭਰਪਾਈ ਲਈ ਹੁਣ ਮੁੜ ਪੰਥਕ ਰਾਗ ਛੇੜੇ ਨੇ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।